ਦੋਸਤੋ ਅੱਜ ਅਸੀਂ ਚਿੰਦਰਪਾਲ ਜੀ ਦੇ ਨਾਲ ਆਰਗੇਨਾਈਜੇਸ਼ਨਲ ਬਿਹੇਵੀਅਰ ਉੱਤੇ ਗੱਲ ਕਰਾਂਗੇ। ਚਿੰਦਰਪਾਲ ਜੀ, ਤੁਹਾਡਾ ਸਵਾਗਤ ਹੈ ਫੇਸਬੁੱਕ ਉੱਤੇ। ਔਰ ਅੱਜ ਤੁਸੀਂ ਆਰਗੇਨਾਈਜੇਸ਼ਨਲ ਬਿਹੇਵੀਅਰ ਬਾਰੇ ਗੱਲ ਕਰੋ, ਇੰਟਰੋਡਕਸ਼ਨ ਦਿਓ। और सब तो पहला सारे सत श्री अकाल और सब दा बहुत बहुत थैंक्स। और अज का अपना टॉपिक है कि ऑर्गेनाइजेशनल बिहेवियर। ऑर्गेनाइजेशनल बिहेवियर जो है दो शब्दों तो बनया है वर्ड ऑर्गेनाइजेशनल बिहेवियर मीनस बिहेवियर जिहड़े लोग ऑर्गेनाइजेशन के अंदर काम कर रहे हैं उन्हां दा इस विच स्टडी आउंदी है जदों आपां ऑर्गेनाइजेशन च इंडिविजुअली या ग्रुप च काम करदे हां उन्हां दा बिहेवियर किवें दा जद सारे मिल के एक टीम च काम करदे हां ना मतलब कि एज अ स्ट्रक्चर एज अ लीडर एज अ मैनेजर सब दा एक बिहेवियर जो हुंदा ऑर्गेनाइजेशन दा ये जरूरी है कि ऑर्गेनाइजेशन करना है अगर लोगों का बिहेवियर ही नहीं पता तो साडा उत्थे जिहड़ा काम करना या साडा स्टेबल रहना जिहड़ा है थोड़ा डिफिकल्ट हो सकदा। इसलिए लोगों का साइको देखना उन्होंने कम्यूनिकेट करने का तरीका देखना किवें उसनूं मैनेज करना दे लई सब जिहड़ा हैगा स्टडी करना जरूरी है। दो वर्ड्स लेके आपां चल रहे हैं ऑर्गेनाइजेशनल बिहेवियर जिन्हों कि आपां ओबी नाल डिनोट करते हैं। Organization means it's a group of people who are collected to work for a common goal with collective efforts. Means organization एक group चाहिदा हुंदा employees दा कल्ला person कोई भी जड़ा हैगा ना organization नहीं बनदी हुंदी जो इकट्ठे मिलके काम करने एक common goal दे लिए common purpose दे लिए behavior it's a verbal or physical response shown by a person means हर पर्सन का बिहेवियर क्योंकि इंसान सोसाइटी च रहिंदा ना तो हर किसी का अपना अपना एक कल्चर हुंदा है तो ਉਹਦੇ ਤੋਂ ਜਿਹੜੀਆਂ ਹੈ ਸਰਾਊਂਡਿੰਗਸ ਦੀਆਂ ਜਿਹੜੀ ਚੀਜ਼ਾਂ ਨੇ ਉਹਨਾਂ ਦਾ ਉਹਦਾ ਇਫੈਕਟ ਹਰ ਕਿਸੇ ਤੇ ਆਪਣਾ ਡਿਫਰੈਂਟ ਇੱਕ ਪੈਂਦਾ। ਆਪਾਂ ਫਿਜ਼ੀਕਲ ਜਾਂ ਵਰਬਲ ਦੇ ਜਿਹੜਾ ਵਿਵਹਾਰ ਦੇ ਨਾਲ ਜਿਹੜਾ ਹੈਗਾ ਆਪਾਂ ਇਸ ਚੀਜ਼ ਨੂੰ ਸ਼ੋ ਕਰਦੇ ਆ। ਸੋ ਮੇਨ ਮੋਟਿਵ ਜਿਹੜਾ ਇਹੀ ਹੈ ਕਿ ਉਹ ਨੌਲੇਜ ਗੇਨ ਕੀਤੀ ਜਾਵੇ ਜਿਸ ਨਾਲ ਕਿ ਆਪਾਂ ਆਰਗੇਨਾਈਜੇਸ਼ਨ ਦੀ ਇਫੈਕਟਿਵਨੈਸ ਨੂੰ ਹੋਰ ਜ਼ਿਆਦਾ ਬਿਹਤਰ ਕਰ ਸਕੀਏ। ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਇੰਡੀਵਿਜੂਅਲੀ ਔਰ ਗਰੁੱਪਸ ਦੇ ਵਿੱਚ ਜਿਹੜਾ ਹੈਗਾ ਆਪਾਂ ਕਿਸ ਤਰ੍ਹਾਂ ਰਿਸਪੌਂਡ ਕਰਨਾ ਇਹ ਵੀ ਪਤਾ ਚੱਲਦਾ ਹੈ ਕਿ ਕਿਉਂਕਿ ਇਸ ਦੇ ਬੇਸ ਤੇ ਆਪਾਂ ਨੂੰ ਪਤਾ ਚੱਲਦਾ ਕਿ ਤੁਹਾਡੀ ਪਰਫਾਰਮੈਂਸ ਤੁਹਾਡੀ ਖੁਦ ਦੀ ਪਰਫਾਰਮੈਂਸ ਕਿਵੇਂ ਦੀ ਆ। ਆਰਗੇਨਾਈਜੇਸ਼ਨਲ ਬਿਹੇਵੀਅਰ ਦੀ ਸਟੱਡੀ ਸਾਨੂੰ ਕੁਝ ਟੂਲ ਪ੍ਰੋਵਾਈਡ ਕਰਦੀ ਹੈ ਜਿਸ ਨਾਲ ਕੀ ਪਤਾ ਚੱਲਦਾ ਕਿ ਕਨਸੈਪਟ ਐਂਡ ਥਿਊਰੀਜ਼ ਹੈ ਕਿਸ ਤਰ੍ਹਾਂ ਦੇ ਉਹਨਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ। ਸੋ ਇਹ ਹੈਲਪ ਕਰਦਾ ਅੰਡਰਸਟੈਂਡ ਕਰਨ ਚ ਕਿ ਔਰ ਐਨਾਲਾਈਜ਼ ਕਰਨ ਚ ਔਰ ਡਿਸਿਪਲਿਨ ਜਿਹੜਾ ਡਿਸਕ੍ਰਾਈਬ ਕੀਤਾ ਜਾ ਸਕਦਾ ਹੈ ਕਿ ਵੇ ਆਫ ਆਰਗੇਨਾਈਜੇਸ਼ਨ ਨੂੰ ਜੇ ਆਪਾਂ ਟੌਪ ਲੈਵਲ ਤੇ ਲੈ ਕੇ ਜਾਣਾ ਨਾ ਤਾਂ ਉਹਦੇ ਲਈ EMPLOYEES ਦਾ ਜਿਹੜਾ ਅੱਛਾ ਬਿਹੇਵੀਅਰ ਨੇਚਰ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ। ਉਹਨਾਂ ਦੀ ਨੈਟਵਰਕਿੰਗ ਉਹਨਾਂ ਦਾ ਰਿਲੇਸ਼ਨ ਜਿਹੜੇ ਹੈਗੇ ਆ ਵਿਦ ਇਨ ਡਿਪਾਰਟਮੈਂਟ ਔਰ ਵਿਦ ਇਨ ਅਦਰ ਡਿਪਾਰਟਮੈਂਟ ਔਰ ਵਿਦ ਇਨ ਕਸਟਮਰਸ ਇਹ ਸਾਰਾ ਜਿਹੜਾ ਹੈਗਾ ਓਵਰਆਲ ਆਰਗੇਨਾਈਜੇਸ਼ਨ ਜਿਹੜੀ ਹੈਗੀ ਉਹਨਾਂ ਦੀ ਬੇਸ ਦੀ ਗਰੋ ਕਰਦੀ ਹੁੰਦੀ ਆ। ਔਰ ਮੇਨ ਇਹਦੇ ਵਿੱਚ ਇਹ ਵੀ ਹੈਗਾ ਕਿ ਆਰਗੇਨਾਈਜੇਸ਼ਨ ਦੇ ਮੈਨੇਜਰ ਦੀ ਇਹ ਸਟੱਡੀ ਡਿਊਟੀ ਬਣ ਜਾਂਦੀ ਹੈ ਕਿ ਉਸਨੂੰ ਇਸ ਚੀਜ਼ ਨੂੰ ਸਟੱਡੀ ਕਰਨਾ ਸਾਰੇ EMPLOYEES ਦਾ ਇੰਡੀਵਿਜੂਅਲੀ ਉਸਨੂੰ ਪਤਾ ਹੋਵੇ ਕੌਣ ਕਿਵੇਂ ਤੇ ਕਿੱਥੇ ਕੰਮ ਕਰ ਸਕਦਾ ਉਹ ਵੀ ਬੈਟਰ ਵੇਜ ਕਿਉਂਕਿ ਇਸ ਬੇਸ ਤੇ ਕੋਈ ਵੀ ਆਰਗੇਨਾਈਜੇਸ਼ਨ ਇੱਕ ਕੰਪੀਟੀਟਿਵ ਜਿਹੜਾ ਹੈਗਾ ਐਡਵਾਂਟੇਜ ਹਾਸਲ ਕਰਨਾ ਚਾਹੁੰਦੀ ਹੁੰਦੀ ਆ। ਇਸ ਤੋਂ ਇਲਾਵਾ ਜੋ ਆਪਾਂ ਸਟੱਡੀ ਕਰਨਾ ਆ ਇੰਡੀਵਿਜੂਅਲੀ ਬਿਹੇਵੀਅਰ ਐਂਡ ਗਰੁੱਪ ਡੋਮੇਨਸ इन ऑर्गेनाइजेशनल सेटिंग्स का स्टडी करके इन सब चीज़ों को समझना समझण तो बाद उस विच की कमी है उस कमी को देख के एक नवी इनोवेशन एंड एक नवी क्रिएटिविटी को लिया के इस प्रोसेस को बेहतर कर सकते हैं बिकॉज ह्यूमन बिहेवियर हैव मैनी कैरेक्टरिस्टिक्स लाइक अगर आप किसी एम्पलॉय का काम कर रहे हैं तो बिहेवियर किस तरह नाल कोई काम कर रहा है ਉਹਦੀ जॉब टाइप की है ਉਹਦੇ ਵਿੱਚ ਉਹਦਾ ਆਪਣਾ 100% ਉਹ ਡਿਲੀਵਰ ਕਰ ਵੀ ਰਿਹਾ ਜਾਂ ਨਹੀਂ ਕਰ ਰਿਹਾ ऑर्गेनाइजेशन स्ट्रक्चर चो किथे फिट हो रहा मीनस ਉਹਦਾ ਹਾਇਰਾਰਕੀ ਪੋਜੀਸ਼ਨ ਕੀ ਹੈ ਮੀਨਸ ਉਹਦੀ ਡੈਜ਼ਿਗਨੇਸ਼ਨ ਲੈਵਲ ਕੀ ਆ ਉਹਦੀ ਅਦਰ ਡਿਪਾਰਟਮੈਂਟਸ ਦੇ ਨਾਲ ਕਮਿਊਨੀਕੇਸ਼ਨ ਕਿਵੇਂ ਦੀ ਆ ਇੰਟਰੈਕਸ਼ਨ ਕਿਵੇਂ ਦਾ ਉਹਦਾ ਪਰਫਾਰਮੈਂਸ ਅਪਰੇਜ਼ਲ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਂਦਾ ਉਹਦੀ ਵਰਕ ਡਿਜ਼ਾਈਨ ਕਿਵੇਂ ਦੀ ਆ ਮੀਨਸ ਓਵਰਆਲ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਇਹਨਾਂ ਚੀਜ਼ਾਂ ਦੇ ਇੰਪੋਰਟੈਂਟ ਪਾਰਟ ਨੂੰ ਜਿਹੜਾ ਹੈਗਾ ਉਹ ਅਪਲਾਈ ਕਰਦੀ ਆ ਜੀ। ਅੱਛਾ ਤੇ ਇਹਦੀ ਸਟੱਡੀ ਕਿਉਂ ਕਰਦੇ ਹਾਂ ਅਸੀਂ ਆਰਗੇਨਾਈਜੇਸ਼ਨ ਬਿਹੇਵੀਅਰ ਦੀ ਸਟੱਡੀ ਕਿਉਂ ਕੀਤੀ ਜਾਂਦੀ ਹੈ? ਕੁਝ ਰੀਜ਼ਨਸ ਨੇ ਜੀ ਜ਼ਰੂਰੀ ਹੋ ਜਾਂਦੀ ਆ ਇਹਦੇ ਲਈ ਫਰਸਟਲੀ ਇਹ ਹੁੰਦਾ ਕਿ ਤੁਹਾਨੂੰ ਇੰਡੀਵਿਜੂਅਲੀ ਆਪਣੇ ਆਪ ਨੂੰ ਜਾਣਨ ਦਾ ਇੱਕ ਮੌਕਾ ਮਿਲਦਾ ਤੁਸੀਂ ਕਿੰਨਾ ਇੰਪੋਰਟੈਂਟ ਪਾਰਟ ਕਿਸੇ ਆਰਗੇਨਾਈਜੇਸ਼ਨ ਦੇ ਲਈ ਪਲੇ ਕਰ ਰਹੇ ਹੋ ਕਿੰਨਾ ਇੰਪੋਰਟੈਂਟ ਪਾਰਟ ਤੁਹਾਡੇ ਕੋਲ ਉਸ ਵਰਕ ਦਾ ਹੈ ਔਰ ਵੈਦਰ ਯੂ ਆਰ
boss, whether you are a subordinate, whether at every ਮਤਲਬ designation level, ਤੁਸੀਂ ਕਿਸੇ ਵੀ ਲੈਵਲ ਤੇ ਹੋ, ਕਿਸ ਨੂੰ ਕਿਵੇਂ ਡੀਲ ਕਰਨਾ ਹੈ, ਤੁਹਾਡਾ ਬਿਹੇਵੀਅਰ, ਤੁਹਾਡਾ ਐਟੀਟਿਊਡ ਜਿਹੜਾ ਹੈਗਾ ਜਾਣਨ ਦਾ ਤੁਹਾਨੂੰ ਮੌਕਾ ਮਿਲਦਾ। ਆਰਗੇਨਾਈਜੇਸ਼ਨ ਜਿਵੇਂ ਜਿਵੇਂ ਗਰੋ ਕਰਦੀ ਆ, ਕੰਪੀਟੀਟਰਸ ਵੱਧਦੇ ਜਾਂਦੇ ਆ, ਸੋ ਵੈਲਿਊ ਐਡੀਸ਼ਨਸ ਵੀ ਆ ਜਾਂਦੀਆਂ ਨੇ, ਇਨੋਵੇਸ਼ਨਸ ਵੀ ਕੁਝ ਨਵੀਆਂ ਕਰਨੀਆਂ ਪੈਂਦੀਆਂ ਨੇ, ਕੰਪੀਟੀਟਿਵ ਐਡਵਾਂਟੇਜ ਜਿਹੜੀਆਂ ਹੁੰਦੀਆਂ ਨੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਂਦੇ ਆ, ਕਿਉਂਕਿ ਇੰਡੀਵਿਜੂਅਲੀ ਔਰ ਪ੍ਰੋਡਕਟਿਵਿਟੀ ਜਿਹੜੀ ਹੈਗੀ ਆ ਇਹ ਇੰਪੋਰਟੈਂਟ ਹੁੰਦੀ ਆ। ਹਰ ਇੰਡੀਵਿਜੂਅਲ ਪਰਸਨ ਇੱਕ ਟੀਮ ਦੇ ਵਿੱਚ ਕੰਮ ਕਰਦਾ, ਸੋ ਪ੍ਰੋਡਕਟਿਵਿਟੀ ਦਾ ਲੈਵਲ ਬਹੁਤ ਜ਼ਿਆਦਾ ਚਾਹੀਦਾ ਹੁੰਦਾ। ਤਾਂ ਆਰਗੇਨਾਈਜੇਸ਼ਨ ਦੀ ਇਹੀ ਐਕਸਪੈਕਟੇਸ਼ਨ ਹੁੰਦੀ ਹੈ ਕਿ EMPLOYEES ਤੋਂ ਟੀਮ ਵਰਕ ਜਿਹੜਾ ਇਸ ਤਰ੍ਹਾਂ ਦਾ ਲਿਆ ਜਾਵੇ ਤਾਂ ਕਿ ਜਿਹੜੀ ਪ੍ਰੋਡਕਟਿਵਿਟੀ ਹੈਗੀ ਆਪਾਂ ਨੂੰ ਬਹੁਤ ਅੱਛੀ ਉਸ ਚੀਜ਼ ਤੋਂ ਮਿਲ ਸਕਦੀ ਕਲੈਕਟਿਵ ਵੇ ਦੇ ਵਿੱਚ। ਸੋ ਮੈਨੇਜਰਸ ਔਰ ਐਂਟਰਪ੍ਰੀਨਿਓਰਸ ਨੂੰ ਜਿਹੜਾ ਹੈਗਾ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਕਿ ਉਹ ਸਮੂਥਲੀ ਰਿਲੈਕਸਡ ਵੇ ਦੇ ਵਿੱਚ ਹੋਰ ਅੱਛੀ ਤਰ੍ਹਾਂ ਜਿਹੜਾ ਹੈਗਾ ਟੈਕਨੀਕਸ ਨੂੰ ਹੈਂਡਲ ਕਰ ਸਕਣ। ਇਹਦੇ ਵਿੱਚ ਜਦੋਂ ਆਪਾਂ ਇਸ ਨੂੰ ਚੀਜ਼ ਕਹਿੰਦੇ ਹਾਂ ਕਿ ਆਪਾਂ ਕਿਉਂ ਦਾ ਇੰਪੋਰਟੈਂਟ ਹੈਗਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਕੰਟਰੀਬਿਊਟਿੰਗ ਡਿਸਿਪਲਿਨਸ ਟੂ ਦਾ OB ਫੀਲਡ, OB ਆਰਗੇਨਾਈਜੇਸ਼ਨ ਨੂੰ ਆਪਾਂ ਬਿਹੇਵੀਅਰ ਨੂੰ ਆਪਾਂ ਡਿਨੋਟ ਕਰ ਰਹੇ ਹਾਂ OB ਨਾਲ। ਆਰਗੇਨਾਈਜੇਸ਼ਨ ਬਿਹੇਵੀਅਰ ਇੱਕ ਬਿਹੇਵੀਅਰਲ ਸਾਇੰਸ ਹੈ, ਯੂ ਕੈਨ ਸੇ ਦਾ ਮੈਨੇਜਮੈਂਟ ਪ੍ਰਿੰਸੀਪਲਸ ਜੋ ਕਿ ਬਹੁਤ ਜ਼ਿਆਦਾ ਆਪਣਾ ਪਾਰਟ ਪਲੇ ਕਰਦੇ ਆ। ਬਹੁਤ ਸਾਰੀ ਤਰ੍ਹਾਂ ਦੇ ਹੁੰਦੇ ਆ, ਜਿਵੇਂ ਕਿ ਕੁਝ ਏਰੀਆਜ਼ ਦੇ OB ਆ, ਜਿਵੇਂ ਕਿ ਸਾਈਕੋਲੋਜੀ, ਕੁਝ ਸੋਸ਼ੀਓਲੋਜੀ ਤੋਂ ਆਉਂਦੇ ਆ, ਕੁਝ ਸੋਸ਼ੀਓ ਸਾਈਕੋਲੋਜੀ ਤੋਂ ਆਉਂਦੇ ਆ, ਐਂਥਰੋਪੋਲੋਜੀ ਹੋ ਜਾਂਦੀ ਹੈ ਔਰ ਪੋਲੀਟੀਕਲ ਸਾਇੰਸ ਦੇ ਅੰਡਰ ਹੁੰਦੇ ਆ। ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਐਕਸਪਲੇਨ ਕਰੀਏ ਤਾਂ ਸਾਈਕੋਲੋਜੀ ਦੇ ਵਿੱਚ ਹੁੰਦਾ ਕਿ ਇਟਸ ਅ ਸਾਇੰਸ, ਮੀਨਸ ਟਾਈਮ ਟੂ ਟਾਈਮ ਅਸੀਂ ਇਸ ਚੀਜ਼ ਨੂੰ ਮੈਜ਼ਰ ਕਰਦੇ ਹਾਂ ਔਰ ਆਪਣਾ ਬਿਹੇਵੀਅਰ ਵੀ ਚੇਂਜ ਕਰਦੇ ਹਾਂ। Some things are domain here from psychology. Learning it's based on individually or group wise also. ਇਸ ਵਿੱਚ ਹੁੰਦਾ ਹੈ। So motivation ਵੀ ਹੁੰਦੀ ਆ ਕਿ how gets employee motivate from the organization. So the perception ਵੀ ਕਿਵੇਂ ਹੁੰਦੀ ਆ, personality ਕਿਸ ਤਰ੍ਹਾਂ ਦੀ ਹੈ individual person ਦੀ, attitude towards the work, towards the job, ਇਹ ਸਭ ਕੁਝ ਹੁੰਦਾ ਆ। job satisfaction ਕਿਵੇਂ ਦਾ, overall means ਇੱਕ organization ਚ work stress ਜਿਹੜਾ ਹੈਗਾ ਉਸ ਦਾ level ਕੀ ਆ। ਸੈਕਿੰਡ ਹੁੰਦਾ ਕਿ ਸੋਸ਼ੀਓਲੋਜੀ, ਇਹ ਵੀ ਇੱਕ ਆਪਾਂ ਇੰਡੀਵਿਜੂਅਲ ਲੈਵਲ ਤੇ ਲੈ ਕੇ ਦੇਖ ਸਕਦੇ ਹਾਂ ਕਿ ਅਸੀਂ ਲੋਕਾਂ ਨੂੰ ਸਟੱਡੀ ਕਰਦੇ ਹਾਂ ਨਾ, ਬਟ ਇਨ ਰਿਲੇਸ਼ਨ ਆਫ ਇਨਵਾਇਰਨਮੈਂਟ ਕਲਚਰ, ਮੀਨਸ ਆਰਗੇਨਾਈਜੇਸ਼ਨ ਦਾ ਕਲਚਰ ਦਾ ਇਫੈਕਟ ਇੱਕ ਇੰਡੀਵਿਜੂਅਲ ਪਰਸਨ ਤੇ ਕਿਵੇਂ ਪੈ ਰਿਹਾ, ਕਿਉਂਕਿ ਉਹ ਅਲੱਗ ਸੁਸਾਇਟੀ ਤੋਂ ਹੋ ਸਕਦਾ, ਉਹਦਾ ਵੀ ਇਫੈਕਟ ਉਸ ਤੇ ਸ਼ੋ ਹੁੰਦਾ ਨਾ। ਤਾਂ ਆਸ-ਪਾਸ ਦੇ ਸਰਾਊਂਡਿੰਗਸ ਦਾ ਇਫੈਕਟ ਵੀ ਪੈ ਰਿਹਾ ਤੇ ਆਰਗੇਨਾਈਜੇਸ਼ਨ ਦਾ ਇਫੈਕਟ ਵੀ ਪੈ ਰਿਹਾ। ਸੋ ਇਸ ਪਾਵਰਫੁਲ ਜਿਹੜੀ ਹੈਗੀ ਆ ਪਾਵਰ ਐਂਡ ਪੋਲਿਟਿਕਸ ਵੀ ਦੇਖੀ ਜਾ ਸਕਦੀ ਆ, ਕਿਉਂਕਿ ਇਹ ਵੀ ਇੱਕ এনवायरमेंट ਦਾ ਹੀ ਹਿੱਸਾ ਹੈ। ਆਰਗੇਨਾਈਜੇਸ਼ਨ ਕਮਿਊਨੀਕੇਸ਼ਨ, ਸੋ ਲੋਕਾਂ ਨੂੰ ਜਿਹੜਾ ਹੈਗਾ ਕਮਿਊਨੀਕੇਟ ਕਰਨਾ, ਇਸ ਨੂੰ ਵੀ ਸਟੱਡੀ ਕਰਾਂਗੇ। ਇਹ ਹੁੰਦਾ ਕਿ ਨੈਕਸਟ ਆ ਜਾਂਦਾ ਕਿ ਸੋਸ਼ਲ ਐਂਡ ਸਾਈਕੋਲੋਜੀ। ਫਸਟ ਜਿਹੜੇ ਹੈਗੇ ਸੀ ਉਹ ਇੰਡੀਵਿਜੂਅਲੀ ਹੀ ਸ਼ੋ ਹੁੰਦੇ, ਬਟ ਜਿਹੜਾ ਸੋਸ਼ਲ ਸਾਈਕੋਲੋਜੀ ਹੈ ਨਾ, ਇਹ ਗਰੁੱਪ ਦੇ ਵਿੱਚ ਕੰਮ ਕਰਦਾ। ਇੱਕ ਸੋਸ਼ਲ ਔਰ ਸਾਈਕੋਲੋਜੀ ਦੋਨਾਂ ਤੋਂ ਹੀ ਆਇਆ ਇਹ ਵਰਡ ਹੈ। ਪਹਿਲਾਂ ਅਸੀਂ ਜੋ ਇੰਡੀਵਿਜੂਅਲੀ ਜਿਹੜਾ ਹੈਗਾ ਸਟੱਡੀ ਕਰ ਰਹੇ ਸੀਗੇ ਪਰਸਨਸ ਨੂੰ, ਹੁਣ ਅਸੀਂ ਉਸਨੂੰ ਗਰੁੱਪ ਵਿੱਚ ਸਟੱਡੀ ਕਰਦੇ ਹਾਂ, ਮੀਨਸ ਪਰਸਨਸ ਦਾ ਹਰ ਪਰਸਨ ਤੇ ਕਿਵੇਂ ਦਾ ਇਫੈਕਟ ਪੈ ਰਿਹਾ ਜੀ, ਕਿਉਂਕਿ ਉਹ ਗਰੁੱਪ ਦੇ ਵਿੱਚ ਵਰਕ ਕਰ ਰਿਹਾ। ਤਾਂ ਹਰ ਇੱਕ EMPLOYEE ਦਾ ਆਪਣੀ ਜਿਹੜਾ ਹੈਗਾ ਇੱਕ, ਜਿਵੇਂ ਉਹਨਾਂ ਦਾ ਕੁਝ ਡੈਜ਼ਿਗਨੇਸ਼ਨ ਲੈਵਲ, ਕੁਝ ਤਾਂ ਆਪਣੇ ਜਿਹੜੇ ਹੈਗੇ ਉਸੇ ਲੈਵਲ ਦੇ ਹੁੰਦੇ ਨੇ EMPLOYEES, ਕੁਝ ਉਹਨਾਂ ਦੇ ਬੌਸ ਹੁੰਦੇ ਨੇ, ਕੁਝ ਉਹਨਾਂ ਤੋਂ ਲੋਅਰ ਲੈਵਲ ਦੇ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਇਫੈਕਟ ਪੈਂਦਾ। ਸੋ ਇਸ ਗਰੁੱਪ ਡਿਸੀਜਨ ਮੇਕਿੰਗ ਵੀ ਆ ਜਾਂਦਾ ਜੀ, ਨੈਕਸਟ ਕਮਿਊਨੀਕੇਸ਼ਨ ਵੀ ਆ ਜਾਂਦਾ ਇਸ ਵਿੱਚ ਸਟੱਡੀ। ਬਿਹੇਵੀਅਰਲ ਚੇਂਜ, ਕਿਉਂਕਿ ਗਰੁੱਪ ਦੀ ਵਜ੍ਹਾ ਨਾਲ ਜਿਹੜਾ ਹੈਗਾ ਬਿਹੇਵੀਅਰ ਕਈ ਵਾਰ ਚੇਂਜ ਹੁੰਦਾ। ਸਪੋਜ਼ ਆਪਾਂ ਐਗਜ਼ਾਮਪਲ ਲੈਂਦੇ ਕਿ ਆਪਾਂ ਕਿਸੇ ਨਾ ਇੰਪੋਰਟੈਂਟ ਪਰਟੀਕੂਲਰ ਟੌਪਿਕ ਤੇ ਕੁਝ ਡਿਸੀਜਨ ਲੈ ਰਹੇ ਹਾਂ, ਤਾਂ ਅਗਰ ਆਪਣਾ ਡਿਸੀਜਨ ਇੰਡੀਵਿਜੂਅਲੀ ਕੁਝ ਹੋਰ ਹੈ ਬਟ ਮੈਜੋਰਿਟੀ ਲੈਵਲ ਤੇ ਕੁਝ ਹੋਰ ਹੈ, ਤਾਂ ਸਾਨੂੰ ਉਹਦੇ ਨਾਲ ਐਡਅਪ ਹੋਣਾ ਪੈਂਦਾ। ਇਸ ਸਾਰਾ ਸੋਸ਼ੀਅਲ ਸਾਈਕੋਲੋਜੀ ਦੇ ਵਿੱਚ ਹੀ ਆ ਜਾਂਦਾ। ਐਂਥਰੋਪੋਲੋਜੀ ਤੇ ਹੁੰਦਾ ਕਿ ਡਿਫਰੈਂਟ ਸੋਸਾਇਟੀਜ਼ ਦਾ ਕਲਚਰ। ਹੁਣ ਦੇਖੋ ਇੰਡੀਆ ਦੇ ਵਿੱਚ ਕਿੰਨੀਆਂ ਸਟੇਟਸ ਨੇ, ਸਭ ਦਾ ਆਪਣਾ ਆਪਣਾ ਇੱਕ ਕਲਚਰ ਹੈ, ਇਸ ਵਿੱਚ ਕ੍ਰਾਸ ਕਲਚਰ ਐਨਾਲਿਸਿਸ ਵੀ ਆ ਜਾਂਦਾ, ਦੂਸਰੇ ਕਲਚਰਸ ਦਾ ਜਿਹੜਾ ਹੈਗਾ ਕੰਪੇਅਰ ਦੇ ਵਿੱਚ। ਇਹਦੇ ਨਾਲ ਆਰਗੇਨਾਈਜੇਸ਼ਨਲ ਕਲਚਰ ਨੂੰ ਵੀ ਸਟੱਡੀ ਕਰਨਾ ਆਸਾਨ ਹੋ ਜਾਂਦਾ। ਸੋ ਡਿਫਰੈਂਟ ਵੈਲਿਊਜ਼ ਨੂੰ ਸਟੱਡੀ ਕਰਨਾ, ਉਸਨੂੰ ਸਿੱਖਣਾ ਤੇ ਉਹਦੇ ਨਾਲ ਜਿਹੜੇ ਐਂਥਰੋਪੋਲੋਜੀ ਨੂੰ ਅੰਡਰਸਟੈਂਡ ਕਰਨਾ, ਇਹ ਸਾਰਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਆ ਜਾਂਦਾ ਜੀ। ਤੇ ਇਹਦੀ ਜ਼ਰੂਰਤ ਕਿਉਂ ਪਈ ਔਰ ਕੀ ਮਹੱਤਤਾ ਹੈ, ਇਹਦੀ ਇੰਪੋਰਟੈਂਸ ਕੀ ਹੈ ਜੀ? ਇਹਦੀ OB ਦੀ ਇੰਪੋਰਟੈਂਸ ਜਿਹੜੀ ਹੈਗੀ ਆ ਹੁਣ ਦੇ ਸਟੱਡੀ ਦੇ ਵਿੱਚ ਜਿਹੜਾ ਹੈਗਾ ਆਰਗੇਨਾਈਜੇਸ਼ਨ 'ਚ ਕੰਮ ਕਰਨ ਦੀ ਬਹੁਤ ਜ਼ਰੂਰੀ ਆ। ਸਕਿੱਲ ਡਿਵੈਲਪਮੈਂਟ, we want to abilities and knowledge of employees, ਕਿਉਂਕਿ ਜਦੋਂ ਅਸੀਂ ਆਰਗੇਨਾਈਜੇਸ਼ਨ ਦੇ ਕਲਚਰ ਨੂੰ ਸਟੱਡੀ ਕਰਦੇ ਆ ਨਾ, ਤਾਂ ਅਸੀਂ ਜਾਣਦੇ ਹਾਂ ਕਿ what type of skills are required, ਹੋਰ ਕਿਸ ਤਰ੍ਹਾਂ ਦੇ ਸਕਿੱਲ ਜਿਹੜੇ ਹੈਗੇ ਅਸੀਂ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਲਿਆ ਕੇ ਉਹਨੂੰ ਹੋਰ ਬਿਹਤਰ ਕਰ ਸਕਦੇ ਆ। the understanding of the level of motivation and satisfaction of employees, ਦੇਖੋ ਅਸੀਂ ਇਹਦੇ ਨਾਲ ਇਹ ਦੇਖ ਸਕਦੇ ਕਿ ਜਿਹੜਾ EMPLOYEE ਹੈ ਉਹ ਕਿਸ ਚੀਜ਼ ਤੋਂ ਜ਼ਿਆਦਾ ਮੋਟੀਵੇਟ ਹੁੰਦਾ ਆ।
ਹਰ ਪਰਸਨ ਦਾ ਇੱਕ ਡਿਫਰੈਂਟ ਲੈਵਲ ਹੁੰਦਾ ਮੋਟੀਵੇਟ ਹੋਣ ਦਾ। ਅੱਛਾ ਕੁਝ ਸੈਲਰੀਜ਼ ਤੋਂ ਮੋਟੀਵੇਟ ਹੁੰਦੇ ਨੇ, ਕੁਝ ਆਪਣੀ ਡੈਜ਼ਿਗਨੇਸ਼ਨ ਨੂੰ ਲੈ ਕੇ ਮੋਟੀਵੇਟ ਹੁੰਦੇ ਨੇ ਕਿ ਉਹਨਾਂ ਦੀ ਪ੍ਰੋਮੋਸ਼ਨ ਦੇ ਲੈਵਲ ਤੇ ਆਪਾਂ ਉਸ ਚੀਜ਼ ਨੂੰ ਜੱਜ ਕਰ ਸਕਦੇ ਆ। ਔਰ ਜਦ EMPLOYEES ਮੋਟੀਵੇਟ ਹੋਏਗਾ ਤਾਂ ਹੀ ਜਿਹੜਾ ਹੈਗਾ ਉਹ ਸੈਟੀਸਫਾਈ ਵੀ ਹੋਏਗਾ। ਇਸ ਲਈ ਜਿਹੜਾ ਹੌਬੀ ਦਾ ਸਟੱਡੀ ਜਿਹੜੀ ਹੈਗੀ ਆ ਕਰਨੀ ਬਹੁਤ ਜ਼ਰੂਰੀ ਆ। then helps in increasing efficiency of the organization. efficiency means ਕਿਸੇ ਕੰਮ ਨੂੰ ਇੱਕ ਡੈਡਲਾਈਨ ਦੇ ਅੰਡਰ ਕਰਨਾ। ਹੁਣ ਤੁਹਾਡੇ ਕੋਲ ਇੱਕ OB ਦੀ ਸਟੱਡੀ ਹੈ, ਤੁਹਾਨੂੰ EMPLOYEES ਦੀ ਐਫੀਸ਼ੀਐਂਸੀ ਵਧਾਉਣ ਦਾ ਜਿਹੜਾ ਹੈਗਾ ਤੁਹਾਨੂੰ ਪਤਾ ਚੱਲ ਸਕਦਾ ਕਿ ਤੁਸੀਂ ਕਿਵੇਂ ਉਸ ਚੀਜ਼ ਨੂੰ ਹੈਂਡਲ ਕਰਨਾ, ਕਿਸ ਚੀਜ਼ ਨੂੰ ਕਿਵੇਂ ਯੂਟਿਲਾਈਜ਼ ਕਰਨਾ, ਉਸ ਚੀਜ਼ ਤੁਹਾਨੂੰ ਹੈਲਪ ਮਿਲ ਸਕਦੀ ਆ। ਟੂ ਕ੍ਰੀਏਟ ਹੈਲਦੀ ਐਂਡ ਐਥੀਕਲ ਇਨਵਾਇਰਨਮੈਂਟ ਇਨ ਦਾ ਆਰਗੇਨਾਈਜੇਸ਼ਨ। ਹੁਣ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਚਾਹੇਗੀ ਕਿ ਉਹਦੇ ਵਿੱਚ ਉਹਨਾਂ ਦੇ ਗਰੁੱਪਸ ਦੇ ਵਿੱਚ ਜਾਂ EMPLOYEES ਦੇ ਵਿੱਚ ਕੁਝ ਕੌਨਫਲਿਕਟਸ ਆ ਜਾਣ ਜਾਂ ਟਾਈਮ ਮਤਲਬ ਕਿਸੇ ਤਰ੍ਹਾਂ ਦਾ ਕੋਈ ਝਗੜਾ ਹੋਵੇ ਜਾਂ ਕੋਈ ਉੱਥੋਂ ਦਾ ਇਨਵਾਇਰਨਮੈਂਟ ਖਰਾਬ ਹੋ ਜੇ। ਸੋ ਉਹਦੇ ਨਾਲ ਇਹ ਹੁੰਦਾ ਕਿ ਗਰੁੱਪਿਜ਼ਮ ਬਣ ਜਾਂਦੀ ਆ। ਸੋ ਟਾਈਮ ਟੂ ਟਾਈਮ ਇਹਨੂੰ ਸਟੱਡੀ ਕਰਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਰੈਗੂਲਰਲੀ ਇੱਕ ਹੈਲਦੀ ਸਮੂਥ ਇਨਵਾਇਰਨਮੈਂਟ ਜਿਹੜਾ ਹੈਗਾ ਬਣਾਉਣ ਦੇ ਲਈ ਸਟੈਪਸ ਜਿਹੜਾ ਹੈਗਾ ਉਹਨਾਂ ਨੂੰ ਲੈਂਦੇ ਰਹਿਣਾ ਚਾਹੀਦਾ। ਔਰ ਇਸ ਵਿੱਚ ਇੱਕ ਇਹ ਹੁੰਦਾ ਕਿ OB helps in utilizing the resources to the optimum level। ਹੁਣ ਰਿਸੋਰਸਿਸ ਦੇਖੋ ਕੀ ਨੇ ਆਪਣੇ ਕੋਲ, ਕਿਸੇ ਵੀ ਆਰਗੇਨਾਈਜੇਸ਼ਨ ਚਲੇ ਜਾਈਏ, ਮੈਨ, ਮਨੀ ਐਂਡ ਮਸ਼ੀਨਸ, ਇਹਨਾਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨ ਦਾ ਜਿਹੜਾ ਹੈਗਾ ਉਹ ਵੀ ਸਟੱਡੀ ਜਿਹੜੀ ਹੈਗੀ ਆ ਸਿਖਾਉਂਦੀ ਹੈ ਸਾਨੂੰ। ਔਰ ਕੁਝ ਇਹ ਹੁੰਦਾ ਕਿ ਜੋ ਆਪਾਂ ਯੂਟਿਲਾਈਜ਼ ਕਰ ਰਹੇ ਹਾਂ ਉਹਦੇ ਵਿੱਚ ਕੁਝ ਵੇਸਟ ਵੀ ਨਾ ਹੋਵੇ ਤੇ ਕੁਝ ਓਵਰ ਯੂਟਿਲਾਈਜ਼ ਵੀ ਨਾ ਹੋ ਜੇ। ਸੋ ਓਵਰਆਲ ਇਟ ਇੰਪਰੂਵਸ ਦਾ ਗੁੱਡਵਿਲ ਆਫ ਦਾ ਆਰਗੇਨਾਈਜੇਸ਼ਨ। ਸੋ ਇਹਦੇ ਵਿੱਚ ਇਹ ਹੁੰਦਾ ਕਿ ਕੁਝ ਡਿਫਰੈਂਟ ਲੈਵਲਸ ਹੁੰਦੇ ਆ, ਜਿਵੇਂ ਕਿ ਕੋਈ ਆਰਗੇਨਾਈਜੇਸ਼ਨ ਇੱਕ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੁੰਦੀ ਆ, ਕੁਝ ਆਰਗੇਨਾਈਜੇਸ਼ਨ ਕੁਝ ਸਟੱਡੀ ਦੇ ਰਿਲੇਟਿਡ ਪ੍ਰੋਵਾਈਡ ਕਰ ਰਹੀ ਹੁੰਦੀ ਆ, ਕੁਝ ਆਰਗੇਨਾਈਜੇਸ਼ਨਸ ਹੁੰਦੀਆਂ ਜਿਹੜੀਆਂ ਕਿ ਪ੍ਰੋਡਕਟਸ ਨੂੰ ਬਣਾਉਂਦੀਆਂ ਨੇ ਤੇ ਉਹਨਾਂ ਨੂੰ ਸੇਲ ਕਰਦੀਆਂ ਨੇ, ਮੈਨੂਫੈਕਚਰਿੰਗ ਦਾ ਕੰਮ। ਡਿਫਰੈਂਟ ਇਨਪੁਟਸ ਦੇ ਵਿੱਚ ਹੁੰਦਾ ਕਿ ਰॉ ਮਟੀਰੀਅਲਸ ਆ ਜਾਂਦੇ ਆ, ਉਹਨਾਂ ਦੀ ਕੈਪੀਟਲ ਕਿੰਨੀ ਆ, HR ਕਿੰਨੀ ਸਟਰੋਂਗ ਆ, ਇਨਫੋਰਮੇਸ਼ਨ ਐਂਡ ਨੌਲੇਜ ਕਿੰਨੀ ਆ, ਇਹ ਸਾਰਾ ਬਿਜ਼ਨਸ। ਫਿਰ ਹੁੰਦਾ ਕਿ ਆਰਗੇਨਾਈਜੇਸ਼ਨ ਦੀ ਕਨਵਰਸੇਸ਼ਨ ਜਿਹੜੀ ਹੈਗੀ ਉਸ ਕਿਸ ਤਰ੍ਹਾਂ ਦੀ ਆ, ਉਹਨਾਂ ਦਾ ਪ੍ਰੋਸੈਸ ਕਿਵੇਂ ਦਾ, ਡਿਜ਼ਾਈਨ ਕਿਵੇਂ ਦਾ ਆ, ਉਹਨਾਂ ਦੀ ਸ਼ਡਿਊਲਿੰਗ ਕਿਸ ਤਰ੍ਹਾਂ ਦੀ ਆ, ਟਾਈਮਲਾਈਨ ਕੀ ਆ, ਉਹਨਾਂ ਦੀ ਕਿੰਨੀ ਆ, ਕੰਪਿਊਟਰਸ ਕਿਵੇਂ ਦੇ ਉਹਨਾਂ ਕੋਲ ਵਰਕ ਕਰ ਰਿਹਾ, ਹਿਊਮਨ ਸਕਿੱਲਸ ਐਂਡ ਐਬਿਲਿਟੀਜ਼ ਕਿੰਨੀਆਂ ਨੇ। ਨੈਕਸਟ ਆ ਜਾਂਦਾ ਦਾ ਇਨਵਾਇਰਨਮੈਂਟ, ਕਿ ਸ਼ੇਅਰ ਹੋਲਡਰਸ ਦੇ ਨਾਲ ਅਗਰ ਉਹ ਕੁਝ ਉਹਨਾਂ ਦਾ ਪ੍ਰੋਡਕਟ ਸੇਲ ਕਰ ਰਿਹਾ ਤਾਂ ਕਿਵੇਂ ਦੇ ਸਪਲਾਇਰਸ ਦੇ ਨਾਲ ਉਹਨਾਂ ਦਾ ਇੰਟਰੈਕਸ਼ਨਸ ਆ, ਕਿਸ ਤਰ੍ਹਾਂ ਦੇ ਡਿਸਟ੍ਰੀਬਿਊਟਰਸ ਉਹਨਾਂ ਦੇ ਕੋਲ ਨੇ, ਕਿਉਂਕਿ ਡਿਸਟ੍ਰੀਬਿਊਟਰਸ ਦਾ ਦੇਖੋ ਅਦਰ ਸਿਟੀਜ਼ ਦੇ ਵਿੱਚ ਵੀ ਹੋਣਗੇ, ਅਗਰ ਕੋਈ ਅੱਛੀ ਆਰਗੇਨਾਈਜੇਸ਼ਨ ਹੈ ਅਦਰ ਕੰਟਰੀਜ਼ ਦੇ ਨਾਲ ਵੀ ਹੋਣਗੇ ਤਾਂ ਉਹ ਆਪਾਂ ਤਾਂ ਹੀ ਅੱਛੀ ਤਰ੍ਹਾਂ ਉਹਨੂੰ ਪ੍ਰੋਵਾਈਡ ਕਰ ਸਕਦੇ ਹਾਂ, ਉਹਨਾਂ ਦੇ ਨਾਲ ਰਿਲੇਸ਼ਨਸ ਅੱਛੇ ਹੋਣਗੇ ਔਰ ਆਊਟਪੁੱਟਸ ਵੀ ਇਹਨਾਂ ਦੇ ਨਾਲ ਹੀ ਆਉਂਦੇ ਕਿ ਫਿਨਿਸ਼ਡ ਗੁੱਡ ਸਰਵਿਸਿਜ਼ ਔਰ values with the stakeholders or customers। So at last ਮੈਂ ਹੀ ਕਹਿਣਾ ਚਾਹੁੰਦੀ ਹਾਂ ਕਿ OB is a way of thinking, ਇੱਕ ਇਨਸਾਨ ਨੂੰ ਸੋਚਣ ਦਾ ਨਜ਼ਰੀਆ ਕੀ ਆ। OB is multidisciplinary, different departments ਨੂੰ ਜਿਹੜਾ ਹੈਗਾ ਇੱਕ ਲਾਈਨ ਦੇ ਵਿੱਚ ਲੈ ਕੇ ਆਉਣਾ, ਇੱਕ ਡਿਸਪਲਿਨ ਦੇ ਵਿੱਚ ਰੱਖਣਾ, ਕਿ ਹਰ ਪਰਸਨ ਨੂੰ ਜਾਣਨ ਦਾ ਇੱਕ ਮੌਕਾ ਮਿਲਦਾ। whatever she or he have a good knowledge, ਹਿਊਮਿਲਿਟੀ ਲੈਵਲ ਤੇ ਜਾਂ ਫਿਰ ਇੰਟਰੈਕਸ਼ਨ ਜਿਹੜਾ ਹੈਗਾ, ਐਟੀਟਿਊਡ, ਇਹ ਸਭ ਕੁਝ ਜਿਹੜਾ ਹੈਗਾ ਸਾਨੂੰ ਇਸ ਦੇ ਨਾਲ ਪਤਾ ਚੱਲਦਾ ਔਰ ਅੱਛੇ ਰਿਲੇਸ਼ਨਸ਼ਿਪਸ ਬਿਲਡ ਕਰਨ ਦੇ ਵਿੱਚ ਜਿਹੜਾ ਇਹ ਹੈਲਪ ਕਰਦਾ। ਐਕਸਟਰਨਲ ਇਨਵਾਇਰਨਮੈਂਟ ਵੀ ਹੈਗਾ ਜਿਹੜਾ ਇਹਦਾ ਅਸਰ ਵੀ ਜਿਹੜਾ ਹੈਗਾ OB ਤੇ ਬਹੁਤ ਜ਼ਿਆਦਾ ਪੈਂਦਾ। ਸੋ ਇਹ OB ਦੀ ਸਟੱਡੀ ਜਿਹੜੀ ਹੈਗੀ ਆ ਹੁਣ ਦੇ ਟਾਈਮ ਦੇ ਵਿੱਚ ਕਰਨੀ ਬਹੁਤ ਜ਼ਰੂਰੀ ਆ ਜੀ। ਇਸ ਤੋਂ ਇਲਾਵਾ ਇਹਦੇ ਕੁਝ ਨਾ ਮਾਡਲਸ ਵੀ ਆ ਜਾਂਦੇ ਆ। ਸੋ ਮਾਡਲਸ ਦੇ ਵਿੱਚ ਇਹ ਹੁੰਦਾ ਕਿ ਕਾਫੀ ਆਰਗੇਨਾਈਜੇਸ਼ਨ ਬਿਹੇਵੀਅਰ ਨੂੰ ਹੋਰ ਜ਼ਿਆਦਾ ਸਟੱਡੀ ਕਰਨ ਦਾ ਇੱਕ ਤਰੀਕਾ ਹੁੰਦਾ। ਸੋ ਉਹ ਵੀ ਹੈਗਾ ਸਟੂਡੈਂਟਸ ਦੀ ਸੀਗੀ, ਬਟ ਉਹ ਆਪਾਂ ਕਿਸੇ ਫਿਰ ਦੇ ਵਿੱਚ ਆਪਾਂ ਕਰਾਂਗੇ। ਸੋ ਅੱਜ ਦੇ ਲਈ ਸ਼ੁਕਰੀਆ ਜੀ। ਫੇਸਬੁੱਕ ਔਰ ਤੁਹਾਡਾ ਬਹੁਤ ਬਹੁਤ ਸਪੈਸ਼ਲੀ ਥੈਂਕਸ ਜੀ, ਅੱਜ ਤੁਸੀਂ ਟਾਈਮ ਕੱਢਿਆ। ਤੁਹਾਡਾ ਵੀ ਬਹੁਤ ਬਹੁਤ ਥੈਂਕਸ, ਸ਼ੁਕਰੀਆ ਕਿ ਤੁਸੀਂ ਇੰਨਾ ਕੀਮਤੀ ਵਕਤ ਆਪਣਾ ਕੱਢ ਕੇ ਤੇ ਫੇਸਬੁੱਕ ਤੇ ਆਏ, ਆਰਗੇਨਾਈਜੇਸ਼ਨਲ ਬਿਹੇਵੀਅਰ ਬਾਰੇ ਦੱਸਿਆ ਸਰੋਤਿਆਂ ਨੂੰ। ਮੈਨੂੰ ਬੜੀ ਖੁਸ਼ੀ ਹੈ ਤੁਸੀਂ ਹਰ ਹਫਤੇ ਆਉਂਦੇ ਹੋ, ਮੇਰੇ ਨਾਲ ਜੁੜਦੇ ਹੋ ਫੇਸਬੁੱਕ ਤੇ ਆ ਕੇ ਔਰ ਡਿਫਰੈਂਟ ਸਬਜੈਕਟ ਦੇ ਉੱਤੇ ਗੱਲਾਂ ਕਰਦੇ ਹੋ, ਡਿਸਕਸ਼ਨ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।